ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਅੱਜ ਪਾਰ ਬ੍ਰਹਮ ਪਰਮੇਸ਼ਰ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਵਿਆਹ ਪੁਰਬ ਪਾਵਨ ਦਿਹਾੜਾ ਹੈ। ਸਮੂਹ ਸੰਗਤ ਨੂੰ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਸਮੁੱਚੀ ਮਨੁੱਖਤਾ ਦੇ ਰਹਿਬਰ ਅਵਤਾਰ ਸਰਵਰੇ ਕਾਇਨਾਤ ਵਾਲਿਆ ਦੋ ਜਹਾਨ ਗੁਰ ਪਰਮੇਸ਼ਰ ਗੁਰੂ ਗੋਬਿੰਦ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨ ਭਾਈ। ਪਰਮੇਸ਼ਰ ਦਾ ਸਾਖਿਆਤ ਸਰੂਪ ਕਲਯੁਗ ਦੇ ਉਧਾਰ ਕਰਤਾ ਸਤਿਗੁਰ ਭੁੱਲੀ ਲੁਕਾਈ ਨੂੰ ਰਸਤੇ ਪਾਉਣ ਵਾਲੇ ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਸੱਤ ਦੀਪਾਂ ਨੌ ਖੰਡਾਂ ਸਾਰੀ ਪ੍ਰਿਥਵੀ ਦਾ ਚੱਕਰ ਲਾਉਣ ਵਾਲੇ, ਇਹ ਜਲਦੀ ਹੋਈ ਪ੍ਰਿਥਵੀ ਤੇ ਮੁਬਾਰਕ ਚਰਨ ਪਾ ਕੇ ਸਾਰੀ ਧਰਤੀ ਨੂੰ ਪਵਿੱਤਰ ਕਰਨ ਵਾਲੇ ਸਤਿਗੁਰ ਅਨੇਕਾਂ ਹੀ ਜੀਵਾਂ ਦੇ ਉਧਾਰ ਕਰਤਾ ਸਤਿਗੁਰ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅੱਜ ਦੇ ਦਿਨ ਵਿਆਹ ਹੋਇਆ ਸੀ। ਤੇ ਸਤਿਗੁਰ ਦਾ ਜਿਹੜਾ ਵਿਆਹ ਪੁਰਬ ਦਿਹਾੜਾ ਹੈ, ਗੁਰਦੁਆਰਾ ਕੰਧ ਸਾਹਿਬ ਵਿਖੇ ਬਟਾਲੇ ਜ਼ਿਲ੍ਹਾ ਗੁਰਦਾਸਪੁਰ ਬੜੀ ਸ਼ਰਧਾ ਬੜੀ ਭਾਵਨਾ ਸਹਿਤ ਮਨਾਇਆ ਜਾਂਦਾ ਹੈ। ਉਵੇਂ ਜਿਵੇਂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਰਾਤ ਜੰਝ ਆਈ, ਉਸੇ ਤਰ੍ਹਾਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਬਰਾਤ ਰੂਪ ਵਿੱਚ ਸ਼ਾਮਲ ਹੁੰਦੇ ਹਨ ਔਰ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦੇ ਹਨ। ਬਹੁਤ ਦੂਰੋਂ ਦੂਰੋਂ ਸੰਗਤਾਂ ਚੱਲ ਕਰਕੇ ਮਹਾਰਾਜ ਦੇ ਵਿਆਹ ਪੁਰਬ ਨੂੰ ਮਨਾਉਂਦੇ ਹਨ। ਕਈ ਦਿਨਾਂ ਤੋਂ ਗੁਰਬਾਣੀ ਦੇ ਜਾਪ ਚੱਲਦੇ ਹਨ, ਦੀਵਾਨ ਸਜਾਏ ਜਾਂਦੇ ਹਨ, ਕਥਾ ਸਮਾਗਮ ਹੁੰਦੇ ਹਨ, ਗੁਰੂ ਸ਼ਬਦ ਗਾਇਨ ਕੀਤੇ ਜਾਂਦੇ ਹਨ ਔਰ ਨਾਲ ਹੀ ਮਹਾਰਾਜ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅਨੇਕ ਤਰ੍ਹਾਂ ਦੇ 36 ਤਰ੍ਹਾਂ ਦੇ ਪਕਵਾਨ ਵੀ ਚਲਾਏ ਜਾਂਦੇ ਹਨ, ਲੰਗਰ ਵੀ ਲਾਏ ਜਾਂਦੇ ਹਨ। ਸੋ ਸਾਧ ਸੰਗਤ ਜੀ, ਆਪਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜਦੋਂ ਵਿਚਾਰ ਸ਼ੁਰੂ ਕੀਤੀ ਸੀ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ, ਉਦੋਂ ਆਪਾਂ ਇਹ ਸਾਰੀ ਕਥਾ ਸਰਵਨ ਵੀ ਕੀਤੀ ਹੈ। ਮਹਾਰਾਜ ਦੀ ਪ੍ਰਕਾਸ਼ ਤੋਂ ਲੈ ਕੇ ਵਿੱਚ ਵਿਆਹ ਪੁਰਬ ਦੀ ਵੀ ਸਾਖੀ ਆ ਜਾਂਦੀ ਹੈ, ਪਰ ਫਿਰ ਵੀ ਅੱਜ ਸੰਖੇਪ ਜੀ ਮਾਤਰ ਥੋੜੀ ਜਿਹੀ ਵਿਚਾਰ ਆਪ ਜੀ ਨਾਲ ਸਾਂਝੀ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਘਰ ਦੇ ਕੰਮਾਂ ਕਾਰਾਂ ਤੋਂ ਉਪਰਾਮ ਰਹਿੰਦੇ ਨੇ, ਪਿਤਾ ਜੀ ਥੋੜੇ ਜਿਹੇ ਦਿਲਗੀਰ ਹੁੰਦੇ ਨੇ, ਚਿੰਤਾਜਨਕ ਹੁੰਦੇ ਨੇ, ਚਿੰਤਾ ਹੁੰਦੀ ਹੈ। ਮੈਂ ਚਾਹੁੰਦਾ ਸੀ ਮੇਰਾ ਪੁੱਤਰ ਕੋਈ ਵਪਾਰ ਕਰੇ, ਵਪਾਰੀ ਬਣੇ। ਮੈਂ ਚਾਹੁੰਦਾ ਸੀ ਮੇਰਾ ਪੁੱਤਰ ਖੇਤੀ ਕਰੇ, ਖੇਤੀ ਨਹੀਂ ਕੀਤੀ। ਮੈਂ ਚਾਹੁੰਦਾ ਸੀ ਘਰ ਦੇ ਕੰਮ ਕਾਰ ਵੱਲ ਧਿਆਨ ਦੇਵੇ, ਮੱਝੀਆਂ ਦੇ ਕੇ ਤੋਰਿਆ ਖੇਤਾਂ ਵੱਲ। ਜੇ ਖੇਤੀ ਵੱਲ ਧਿਆਨ ਨਹੀਂ ਗਿਆ, ਘਰ ਦੇ ਪਸ਼ੂਆਂ ਵੱਲ ਧਿਆਨ ਨਹੀਂ ਗਿਆ, ਕਿਸੇ ਕੰਮ ਵੱਲ ਧਿਆਨ ਨਹੀਂ ਗਿਆ, ਤੇ ਮੈਂ ਚਾਹੁੰਦਾ ਸੀ ਕਿ ਕੋਈ ਵਪਾਰ ਕਰ ਲਿਆ ਕਰਨ, ਉਹਦੇ ਵਿੱਚ ਉਹਨਾਂ ਦਾ ਮਨ ਲੱਗ ਜਾਏਗਾ ਤਾਂ ਜੋ ਦੁਨੀਆ ਤੇ ਕਾਮਯਾਬ ਹੋ ਜਾਣ। ਇਹ ਨਹੀਂ ਪਤਾ ਕਿ ਉਹ ਸਮੁੱਚੀ ਕਾਇਨਾਤ ਦੇ ਮਾਲਕ ਹਨ, ਸਮੁੱਚੀ ਦੁਨੀਆ ਦੇ ਮਾਲਕ ਹਨ। ਉਹ ਤਾਂ ਸਾਡੇ ਵਰਗਿਆਂ ਨੂੰ, ਲੱਖਾਂ ਦੁਨੀਆ ਨੂੰ ਕਾਮਯਾਬ ਕਰਨ ਵਾਸਤੇ ਆਏ ਹਨ।
ਅੱਜ ਵੀ ਗੁਰੂ ਨਾਨਕ ਦਾ ਨਾਂ ਲਈਏ ਤਾਂ ਸਾਨੂੰ ਕਾਮਯਾਬੀਆਂ ਸਫਲਤਾਵਾਂ ਮਿਲਦੀਆਂ ਨੇ, ਸਾਡੇ ਕਾਰਜ ਹੁੰਦੇ ਨੇ। ਸਤਿਗੁਰ ਪੂਰੈ ਸੇਵਿਐ ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਗੁਰੂ ਨਾਨਕ ਦਾ ਨਾਂ ਲੈ ਕੇ ਕਾਰਜ ਰਾਸ ਹੁੰਦੇ ਨੇ। ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ, ਕਾਰਜ ਰਾਸ ਹੁੰਦੇ ਹਨ। ਪਰ ਫਿਰ ਵੀ ਪਿਤਾ ਜੀ ਜਿਨ੍ਹਾਂ ਤੇ ਮੋਹ ਦੀ ਕਨਾਤ ਪਾਈ ਹੋਈ ਹੈ ਸੱਚੇ ਪਾਤਸ਼ਾਹ ਵੱਲੋਂ, ਗੁਰੂ ਨਾਨਕ ਦੇਵ ਮਹਾਰਾਜ ਨੂੰ ਆਮ ਆਪਣੇ ਪੁੱਤਰਾਂ ਤਰ੍ਹਾਂ ਸਮਝਦੇ ਹਨ। ਜਦੋਂ ਭੈਣ ਨਾਨਕੀ ਮਿਲਣ ਵਾਸਤੇ ਆਉਂਦੀ ਹੈ ਤੇ ਦੇਖਿਆ, ਕਿਉਂਕਿ ਜੇ ਪਹਿਲਾ ਸਿੱਖ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਦਾ ਭੈਣ ਨਾਨਕੀ ਹੈ, ਵੀਰ ਜਾਣ ਕੇ ਨਹੀਂ, ਆਪਣੇ ਭਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸਤਿਕਾਰ ਕਰਦੇ ਸੀ। ਪਰਮੇਸ਼ਰ ਜਾਣ ਕੇ, ਰੱਬ ਜਾਣ ਕੇ ਆਪਣੇ ਭਰਾ ਨੂੰ ਰੱਬ ਰੂਪ ਸਮਝਦੇ ਸੀ ਭੈਣ ਨਾਨਕੀ ਜੀ। ਭੈਣ ਨਾਨਕੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਹਿਲੇ ਸਿੱਖ ਹੋਏ ਹਨ। ਪਿਤਾ ਦੀਆਂ ਗੱਲਾਂ ਸੁਣੀਆਂ, ਮਾਤਾ ਦੀਆਂ ਸੁਣੀਆਂ, ਘਰ ਦੇਖਿਆ। ਕਈ ਇਤਿਹਾਸਕਾਰਾਂ ਨੇ ਕਿਹਾ ਭੈਣ ਨਾਨਕੀ ਨੇ ਆਪਣੇ ਘਰ ਵਾਲੇ ਨਾਲ, ਭਾਈਆ ਜੈ ਰਾਮ ਜੀ ਨਾਲ ਗੱਲ ਕੀਤੀ। ਕਈਆਂ ਸਾਖੀਆਂ ਵਿੱਚ ਐਂ ਵੀ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਮੈਂ ਭੈਣ ਨਾਲ ਜਾਣਾ, ਤੇ ਕਈ ਇਸ ਤਰ੍ਹਾਂ ਵੀ ਲਿਖਦੇ ਨੇ ਭੈਣ ਨਾਨਕੀ ਜੀ ਨੇ ਦੇਖਿਆ ਵੀ ਘਰ ਦੇ ਵਿੱਚ ਇਸ ਤਰ੍ਹਾਂ ਪਿਤਾ ਜੀ ਨਾਰਾਜ਼ ਰਹਿੰਦੇ ਹਨ, ਮੈਂ ਆਪਣੇ ਭਰਾ ਨੂੰ ਆਪਣੇ ਨਾਲ ਹੀ ਲੈ ਜਾਵਾਂ। ਇਹਨਾਂ ਦੇ ਭਾਈਆ ਜੈ ਰਾਮ ਜੀ ਨੂੰ ਕਹਿ ਕੇ ਮੈਂ ਉੱਥੇ ਸਰਕਾਰੀ ਦਰਬਾਰੇ ਉਹਨਾਂ ਦੀ ਚੱਲਦੀ ਹੈ, ਕੋਈ ਨੌਕਰੀ ਦਾ ਪ੍ਰਬੰਧ ਕੀਤਾ ਜਾਵੇਗਾ। ਭਾਈਆ ਜੈ ਰਾਮ ਜੀ ਨਾਲ ਗੱਲ ਕੀਤੀ ਸੀ ਭੈਣ ਨਾਨਕੀ ਜੀ ਨੇ। ਭਾਈਆ ਜੈ ਰਾਮ ਜੀ ਬੜੇ ਨੇਕ ਦਿਲ ਦੇ ਇਨਸਾਨ ਸੀ, ਬੜੇ ਚੰਗੇ, ਬੜੇ ਮਿੱਠੇ ਸੁਭਾਅ ਦੇ, ਬੜਾ ਸਾਊਪਣਾ ਸੀ ਉਹਨਾਂ ਦੇ ਵਿੱਚ, ਜਿਹਦੇ ਕਰਕੇ ਉਹਨਾਂ ਦੀ ਉਪਮਾ ਉਹਨਾਂ ਦੇ ਸੁਲਤਾਨਪੁਰ ਤਾਂ ਹੈ ਹੀ ਸੀ, ਇੱਥੇ ਤੱਕ ਉਪਮਾ ਸੀ ਤਲਵੰਡੀ ਤੱਕ। ਮਾਮਲਾ ਉਗਰਾਣ ਹੁੰਦੇ ਸੀ। ਰਾਏ ਬਲਾਰ ਨੇ ਦੇਖਿਆ ਨੇਕ ਦਿਲ ਇਨਸਾਨ ਹੈ, ਬੜਾ ਚੰਗਾ, ਬੜੇ ਸੁਭਾਅ ਵਾਲਾ, ਬੜੇ ਅੱਛੇ ਸੁਭਾਅ ਵਾਲਾ। ਇਹ ਭੈਣ ਨਾਨਕੀ ਦੇ ਰਿਸ਼ਤੇ ਬਾਰੇ ਵੀ ਰਾਏ ਬਲਾਰ ਜੀ ਨੇ ਕਿਹਾ ਸੀ ਭਾਈਆ ਜੈ ਰਾਮ ਜੀ ਬਾਰੇ। ਕਹਿਣ ਤੋਂ ਭਾਵ ਬੜੇ ਚੰਗੇ ਇਨਸਾਨ ਸੀ ਮਹਾਰਾਜ ਦੇ ਭਾਈਆ ਜੀ। ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਮੰਨਿਆ, ਨਾਲ ਲੈ ਗਏ ਭੈਣ ਨਾਨਕੀ ਜੀ, ਭਾਈਆ ਜੈ ਰਾਮ ਜੀ ਗੁਰੂ ਨਾਨਕ ਦੇਵ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਨੂੰ ਨਾਲ ਲੈ ਗਏ ਸੁਲਤਾਨਪੁਰ। ਉੱਥੇ ਸੁਲਤਾਨਪੁਰ ਨਵਾਬ ਦੇ ਜਿੱਦੇ ਆਪ ਨੌਕਰੀ ਕਰਦੇ ਸੀ, ਤੇ ਉਹ ਦੌਲਤ ਰਾਏ ਨੂੰ ਫਿਰ ਬੇਨਤੀ ਕੀਤੀ ਨਵਾਬ ਨੂੰ, ਦੌਲਤ ਖਾਂ, ਕਿ ਇਹ ਮੇਰਾ ਸਾਲਾ ਹੈ, ਬੜਾ ਸੂਝਵਾਨ, ਬੜਾ ਸਿਆਣਾ ਹੈ, ਬੜਾ ਲਾਇਕ ਹੈ, ਬੜਾ ਸਮਝਦਾਰ ਹੈ, ਇਹਨੂੰ ਇੱਥੇ ਨੌਕਰੀ ਦਿੱਤੀ ਜਾਵੇ। ਖੈਰ ਆਪਾਂ ਜ਼ਿਆਦਾ ਲੰਮੀ ਵਿਚਾਰ ਨਾ ਕਰੀਏ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਭਾਈਆ ਦੀ ਬੜੀ ਬਣੀ ਹੋਈ ਸੀ, ਕਿਉਂਕਿ ਚੰਗੇ ਸੀ। ਚੰਗਿਆਂ ਦੀ ਮਹਿਮਾ ਸਭ ਥਾਂ ਹੁੰਦੀ, ਜਿੱਥੇ ਚਲੇ ਜਾਣ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਭਾਵੇਂ 2 4 5 4 ਜਣੇ ਉਹਨਾਂ ਨੂੰ ਨਿੰਦਣ ਵਾਲੇ ਹੁੰਦੇ ਨੇ, ਉਹ ਤਾਂ ਹਰੇਕ ਥਾਂ ਤੇ ਹੋਇਆ ਕਰਦੇ ਹਨ। ਇਸ ਕਰਕੇ ਪਰ ਸਾਰਾ ਸੁਲਤਾਨਪੁਰ ਸਲਾਹੁਣ ਵਾਲਾ ਹੈ। ਇੱਥੋਂ ਤੱਕ ਨਵਾਬ ਵੀ ਬੜਾ ਸਤਿਕਾਰ ਕਰਦਾ, ਬੜੀ ਇੱਜ਼ਤ ਦਿੰਦਾ ਸੀ ਭਾਈਆ ਜੈ ਰਾਮ ਜੀ ਨੂੰ। ਬੜੀ ਇੱਜ਼ਤ, ਬੜਾ ਸਤਿਕਾਰ ਬਣਿਆ ਹੋਇਆ ਸੀ।
ਤੇ ਨਵਾਬ ਨੇ ਭਾਈਆ ਜੈ ਰਾਮ ਜੀ ਦੇ ਕਹਿਣ ਤੇ ਗੁਰੂ ਨਾਨਕ ਦੇਵ ਮਾਨ ਨੂੰ ਰੱਖਿਆ। ਇੱਥੇ ਮਹਾਰਾਜ ਦੀ ਆਪਾਂ ਸਾਰੀ ਸਾਖੀ ਸੁਣੀ ਹੈ ਕਿ ਮਹਾਰਾਜ ਨੇ ਜਿਵੇਂ ਜਿਵੇਂ ਇੱਥੇ ਜੀਵਾਂ ਦਾ ਉਧਾਰ ਕੀਤਾ। ਸੁਲਤਾਨਪੁਰ ਦੇ ਵਿੱਚ ਭੈਣ ਨਾਨਕੀ ਦੇ ਘਰ ਸਤਸੰਗ ਹੁੰਦਾ ਹੈ। ਗੁਰੂ ਬਾਬਾ ਜੀ ਤੋਂ ਗੁਰੂ ਜਸ ਸਰਵਣ ਕਰਦੀਆਂ ਨੇ ਸੰਗਤਾਂ, ਨਿਹਾਲ ਹੁੰਦੀਆਂ ਨੇ। ਇੱਥੇ ਹੀ ਮਹਾਰਾਜ ਸੁਲਤਾਨਪੁਰ ਰਹਿੰਦੇ ਵੇਈ ਨਦੀ ਵਿੱਚ ਜਾਂਦੇ ਨੇ। ਜਿਹੜੀ ਅੱਜ ਵੇਈ ਨਦੀ ਹੈ ਬੜੀ ਸੋਹਣੀ ਬਣੀ ਹੋਈ ਹੈ। ਮਹਾਂਪੁਰਸ਼ਾਂ ਨੇ, ਬਾਬਾ ਬਲਬੀਰ ਸਿੰਘ ਜੀ ਸਿੰਚੇਵਾਲ ਵਾਲਿਆਂ ਨੇ ਬੜੇ ਪ੍ਰਸ਼ਾਰਥ ਨਾਲ, ਬੜੇ ਉਦਮ ਨਾਲ, ਬੜੇ ਯਤਨ ਨਾਲ ਉਹਨੂੰ ਸੁਹਾਵਣਾ ਬਣਾਇਆ। ਉੱਥੇ ਮਹਾਰਾਜ ਚੁੱਭਾ ਮਾਰਦੇ ਨੇ। ਚੁੱਭਾ ਮਾਰ ਕੇ ਜਦੋਂ ਆਪਾਂ ਦੇਖਦੇ ਹਾਂ ਅੱਗੇ ਸਾਹਮਣੇ ਬੇਰੀ, ਉੱਥੇ ਗੁਰਦੁਆਰਾ ਸਾਹਿਬ ਹੈ। ਉੱਥੇ ਮਹਾਰਾਜ ਬੇਰੀ ਦੇ ਕੋਲ ਆ ਕੇ ਬੈਠ ਜਾਂਦੇ। ਕੁਝ ਸਮਾਂ ਫਿਰ ਉੱਥੇ ਪਰਮੇਸ਼ਰ ਵਿੱਚ ਲੀਨ ਹੁੰਦੇ। ਆਪਣੇ ਸਵੈ ਸਰੂਪ ਵਿੱਚ ਮਹਾਰਾਜ ਲੀਨ ਹੋਇਆ ਕਰਦੇ। ਉੱਥੇ ਕੁਝ ਸਮਾਂ ਗੁਜ਼ਾਰ ਕੇ ਫਿਰ ਮਹਾਰਾਜ ਆਪਣੇ ਭੈਣ ਨਾਨਕੀ ਦੇ ਘਰ ਜਾਇਆ ਕਰਦੇ ਸੀ। ਫਿਰ ਦਿਨ ਚੜ੍ਹਨ ਤੇ ਨਵਾਬ ਦੀ ਦੌਲਤਖਾਨੇ ਵਿੱਚ ਨੌਕਰੀ ਕਰਿਆ ਕਰਦੇ ਸੀ। ਉੱਥੇ ਹੀ ਮਹਾਰਾਜ ਰਹਿੰਦਿਆਂ ਨੇ 13 ਦੀਆਂ ਧਾਰਨਾ ਤੋਲੀਆਂ। 13 ਅੱਜ ਕਹਿ ਦਿੰਦੇ ਨੇ ਗੁਰੂ ਨਾਨਕ ਦਾ ਮੋਦੀਖਾਨਾ ਕਹਿਣਾ ਬੜੀ ਸੌਖੀ ਗੱਲ ਹੈ। ਨਾਂ ਰੱਖਣਾ ਜਾਂ ਤਾਂ ਪ੍ਰੋਪਰੋਂ ਦੇ ਤਰ੍ਹਾਂ ਚੱਲੇ। ਉਹਨਾਂ ਦੇ ਨਾਂ ਤੇ ਵੀ ਕਈਆਂ ਨੇ ਆਪਣੇ ਕਾਰੋਬਾਰ ਬਣਾਏ ਹੋਏ ਨੇ। ਗੁਰੂ ਨਾਨਕ ਦਾ ਮੋਦੀਖਾਨਾ ਤਾਂ 13 ਤੋਲਦਾ ਸੀ, ਵੇਖਦਾ ਨਹੀਂ ਸੀ ਕੀ ਘਾਟਾ ਕੀ ਵਧਿਆ। ਕਿੰਨੀਆਂ ਧਾਰਨਾ ਵਧ ਗਈਆਂ ਨੇ, 5 ਵਧ ਗਈਆਂ ਨੇ, 10 ਵਧ ਗਈਆਂ ਨੇ। ਅੱਜ ਵਾਲੇ ਨੂੰ ਮੋਦੀਖਾਨੇ ਵਾਲੇ ਨੂੰ ਪੁੱਛੋ ਵੀ ਭੁੱਲ ਜਾਣਗੇ ਦੇ ਕੇ? ਨਹੀਂ, ਉਹਨਾਂ ਨੂੰ ਤਾਂ ਇੱਕ ਆਪਣੀ ਚੀਜ਼ ਦਾ ਹਿਸਾਬ ਕਿਤਾਬ ਹੈ। ਉਹਨਾਂ ਕੋਲ ਤਾਂ ਇੱਕ ਦਾ ਹਿਸਾਬ ਕਿਤਾਬ, ਇੱਕ ਦੇ ਪੈਸੇ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਕੋਈ ਪੈਸੇ ਨਹੀਂ ਪੁੱਛਦੇ। ਜਿਹੜਾ ਆਉਂਦਾ ਰਾਜੀ ਜਾਂਦਾ ਹੈ। ਕਿੰਨਾ ਕੁ ਪਾਤਾ, ਅਗਲਾ ਹੀ ਕਹਿੰਦਾ ਮਹਾਰਾਜ ਬਸ ਕਰੋ, ਭਰ ਗਿਆ। ਹੁਣ ਤਾਂ ਸਾਰਾ ਕੱਪੜਾ ਭਰ ਗਿਆ ਜਿਹਦੇ 'ਚ ਪਵਾਉਣੀਆਂ ਸੀ ਧਾਰਨਾ, ਜਿਹਦੇ 'ਚ ਸਮਾਨ ਰਸ ਪਾਣੀ ਪਵਾਉਣਾ ਸੀ। ਜਿਹੜਾ ਆਉਂਦਾ ਝੋਲੀਆਂ ਭਰ ਕੇ ਲੈ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਉਹ ਮੋਦੀਖਾਨੇ ਦੀ ਤਾਂ ਨਹੀਂ ਕੋਈ ਰੀਸ ਕਰ ਸਕਦਾ। ਅੱਜ ਨਾ ਭਾਵੇਂ ਬੇਸ਼ੱਕ ਰੱਖ ਲੇ, ਪਰ ਉਹ ਤਾਂ ਮੋਦੀਖਾਨਾ ਉਹੀ ਸੀ ਗੁਰੂ ਨਾਨਕ ਦਾ। ਉਦੋਂ ਹੀ ਚੱਲ ਗਿਆ ਜਿਹੜਾ ਚੱਲਣਾ ਸੀ। ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਨੇ ਚਲਾਇਆ। ਇਸ ਕਰਕੇ ਮਹਾਰਾਜ ਨੇ ਇੱਥੇ ਪਰਉਪਕਾਰ ਵੀ ਬੜੇ ਕੀਤੇ। ਇੱਥੇ ਨਾਲ ਹੀ ਰਹਿਣ ਵਾਲਾ ਪੱਖੂ ਕੇ ਰੰਧਾਵੇ ਦਾ ਪਟਵਾਰੀ ਮੂਲ ਚੰਦ, ਉਹਦੀ ਜਿਹੜੀ ਧੀ ਸੀ ਜਵਾਨ ਹੋਈ ਬੀਬੀ ਸੁਲੱਖਣੀ, ਉਹ ਹੀ ਚੰਗੇ ਘਰ ਦੀ ਭਾਲ ਕਰਦਾ ਸੀ। ਬਟਾਲੇ ਦਾ ਰਹਿਣ ਵਾਲਾ ਸੀ। ਜਦੋਂ ਉਹਨੇ ਲਾਗੀਆਂ ਨੂੰ ਕਿਹਾ ਕਿ ਚੰਗੇ ਘਰ ਦੀ ਭਾਲ ਕੀਤੀ ਜਾਵੇ, ਫਿਰ ਵੀ ਅਮੀਰ ਘਰ ਸੀ, ਪਟਵਾਰੀ ਸੀ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਵੀ ਪਟਵਾਰਪਣਾ ਕਰਦੇ, ਪਟਵਾਰੀ, ਬੜਾ ਅਮੀਰ ਘਰ ਸੀ ਮਹਾਰਾਜ ਦਾ। ਦੱਸਦਿਆਂ ਦਸਾਂਦਿਆਂ ਪਤਾ ਲੱਗਾ ਕਿ ਸੁਲਤਾਨਪੁਰ ਦੇ ਵਿੱਚ ਭਾਈਆ ਜੈ ਰਾਮ ਜੀ ਦੀ ਬੜੀ ਉਪਮਾ ਹੈ। ਉਹਦਾ ਜਿਹੜਾ ਸਾਲਾ ਹੈ ਉਹ ਨਵਾਬ ਖਾਨ ਦਾ ਦੌਲਤਖਾਨਾ ਚਲਾਉਂਦਾ ਹੈ। ਬੜਾ ਸੋਹਣਾ ਸੁਨੱਖਾ ਹੈ, ਬੜਾ ਕੰਮਕਾਰ ਸੋਹਣਾ ਹੁੰਦਾ, ਤੇ ਉਂਝ ਵੀ ਉਹਨਾਂ ਦੀ ਉਪਮਾ ਬਹੁਤ ਜ਼ਿਆਦੀ ਹੈ। ਖੈਰ ਗੁਰੂ ਨਾਨਕ ਦੇਵ ਮਹਾਰਾਜ ਜੀ ਪਸੰਦ ਆਏ। ਪਸੰਦ ਆਉਣ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਕੁੜਮਾਈ ਦੀ ਰਸਮ ਕੀਤੀ ਗਈ, ਜਿਹਨੂੰ ਕਹਿੰਦੇ ਸ਼ਗਨ ਛੁਹਾਰਾ। ਭੈਣ ਨਾਨਕੀ ਨੇ, ਬੇਬੇ ਨਾਨਕੀ ਨੇ ਤੇ ਤਲਵੰਡੀ ਵੀ ਖਬਰ ਭੇਜੀ ਸੀ, ਉੱਥੋਂ ਵੀ ਬੁਲਾਇਆ ਗਿਆ। ਫਿਰ ਦੋਵਾਂ ਪਰਿਵਾਰਾਂ ਨਾਲ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਵਿਆਹ ਦਾ ਦਿਨ ਰੱਖਿਆ ਗਿਆ। ਇਹ ਇਤਿਹਾਸਕਾਰਾਂ ਨੇ 1485 ਲਿਖਿਆ।
ਕਈਆਂ ਇਤਿਹਾਸਕਾਰਾਂ ਨੇ, ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ 23 ਕੁ ਸਾਲ ਦੀ ਉਮਰ ਸੀ ਲਗਭਗ ਮਹਾਰਾਜ ਦੀ ਵਿਆਹ ਦੀ। ਪੂਰੀ ਤਿਆਰੀ ਕੀਤੀ ਗਈ। ਬਰਾਤ ਕਿੱਥੋਂ ਚੱਲਦੀ ਹੈ? ਸੁਲਤਾਨਪੁਰ ਬੇਬੇ ਨਾਨਕੀ ਦੇ ਘਰ ਸਾਰੀ ਤਿਆਰੀ ਕੀਤੀ ਗਈ। ਉੱਥੇ ਹੀ ਗੁਰੂ ਨਾਨਕ ਦੇਵ ਮਹਾਰਾਜ ਦੇ ਮਾਤਾ ਪਿਤਾ, ਮਹਾਰਾਜ ਦੇ ਭਰਾ, ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਦੇ ਭਰਾ ਲਾਲੂ ਜੀ, ਗੁਰੂ ਨਾਨਕ ਦੇਵ ਮਹਾਰਾਜ ਦੇ ਸੱਕੇ ਚਾਚਾ ਜੀ ਪਰਸਰਾਏ, ਹੋਰ ਬੜੇ, ਮਹਾਰਾਜ ਦੇ ਦਾਦਾ ਸ਼ਿਵਰਾਮ, ਮਹਾਰਾਜ ਦੇ ਮਾਮਾ ਜੀ। ਇਸ ਕਰਕੇ ਬਹੁਤ ਪਰਿਵਾਰ ਜਿਹੜਾ ਸੀ ਤੋਂ ਇਕੱਠੇ ਹੋ ਕੇ ਆਏ। ਰਾਏ ਬੁਲਾਰ ਨੂੰ ਵੀ ਖਬਰ ਦਿੱਤੀ ਗਈ, ਕਿਹਾ ਗਿਆ। ਉਹਨੇ ਵੀ ਬੜੀਆਂ ਕੀਮਤੀਆਂ ਵਸਤੂਆਂ ਪਦਾਰਥ ਮਹਾਰਾਜ ਨੇ ਵਿਆਹ ਦੇ ਵਿੱਚ ਅਰਪਣ ਕੀਤੇ। ਫਿਰ ਸੱਚੇ ਪਾਤਸ਼ਾਹ ਦੀ ਬਰਾਤ ਦੀ ਤਿਆਰੀ ਕੀਤੀ ਗਈ ਸੁਲਤਾਨਪੁਰ ਵਿੱਚ। ਬਰਾਤ ਦੀ ਤਿਆਰੀ ਕਰਕੇ ਬੜੇ ਪਤਵੰਤੇ ਸੱਜਣ ਨੇ ਬਰਾਤ ਵਿੱਚ। ਭਾਈਆ ਜੈ ਰਾਮ ਜੀ ਵੀ ਹਨ, ਉਹਨਾਂ ਦੇ ਪਿਤਾ ਜੀ ਵੀ ਹਨ, ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਦੇ ਕੁੜਮ ਵੀ ਹਨ, ਵਿੱਚ ਸਿਆਣੇ ਵੀ ਬਜ਼ੁਰਗ ਵੀ ਸਨ। ਬਰਾਤ ਵਿੱਚ ਸਾਰੇ ਇਕੱਤਰ ਹੋ ਕੇ ਖੁਸ਼ੀਆਂ ਸਹਿਤ ਗੁਰੂ ਨਾਨਕ ਦੇਵ ਮਹਾਰਾਜ ਨੂੰ ਵਿਆਹਣ ਜਾ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਜਦੋਂ ਬਰਾਤ ਰੂਪ ਵਿੱਚ ਖੁਸ਼ੀਆਂ ਸਹਿਤ ਵਿਆਹਣ ਵਾਸਤੇ ਬਟਾਲੇ ਪਹੁੰਚੇ ਨੇ। ਬਾਹਰ ਕਈਆਂ ਨੇ ਬਾਗ ਲਿਖਿਆ, ਬਾਗ ਵਿੱਚ ਉਤਾਰਾ ਕੀਤਾ ਗਿਆ, ਬਿਠਾਇਆ ਗਿਆ। ਇੱਥੇ ਜਾ ਕੇ ਅੱਗੇ ਖਬਰ ਲਾਈ ਗਈ, ਸੁਨੇਹਾ ਭੇਜਿਆ। ਜਿਹੜੀ ਆਪਣੀ ਮਿਲਣੀ ਦੀ ਹੈ ਨਾ, ਇਹ ਉਦੋਂ ਤੋਂ ਚੱਲੀ ਆ ਰਹੀ ਹੈ ਮਿਲਣੀ ਦੀ ਰਸਮ। ਪਿੰਡ ਤੋਂ ਬਾਹਰ ਬਰਾਤ ਰੁਕਦੀ, ਉੱਥੇ ਜਲ ਪਾਣੀ ਛਕਾਇਆ ਜਾਂਦਾ, ਜੀ ਆਇਆਂ ਨੂੰ ਕਿਹਾ ਜਾਂਦਾ, ਧੰਨਵਾਦ ਕੀਤਾ ਜਾਂਦਾ, ਤੁਸੀਂ ਸਾਡੇ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਲ ਪਾਣੀ ਛਕਾਇਆ ਜਾਂਦਾ, ਸੁਖ ਸ਼ਾਂਤ ਪੁੱਛੀ ਜਾਂਦੀ ਹੈ। ਇੱਥੋਂ ਫਿਰ ਜਲ ਪਾਣੀ ਛਕਾ ਕੇ ਸਤਿਕਾਰ ਕਰਕੇ, ਇਹਨੂੰ ਕਹਿੰਦੇ ਮਿਲਣੀ ਦੀ ਅਰਦਾਸ। ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ, ਇਹ ਗੁਰੂ ਨਾਨਕ ਤੇ ਹੀ ਢੁਕਦਾ ਹੈ, ਅੱਜ ਦੇ ਆਮ ਬੰਦੇ ਤੇ ਨਹੀਂ ਢੁਕਦਾ। ਵੈਸੇ ਹਮ ਕਰ ਸਾਜਨ ਆਏ, ਸਾਚੈ ਮੇਲ ਮਿਲਾਏ, ਮੇਲ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ। ਅਨ ਦਿਨ ਮੇਲ ਭਿਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਕਰ ਸਾਜਨ ਆਏ। ਇਹ ਗੁਰੂ ਨਾਨਕ ਦੇਵ ਮਹਾਰਾਜ ਕਿਹੜਾ ਸਾਜਨ? ਉਹ ਤਾਂ ਗੁਰੂ ਨਾਨਕ ਹੀ ਸਾਜਨ, ਆਮ ਨਹੀਂ ਕੋਈ ਸਾਜਨ ਹੋ ਸਕਦਾ। ਉਹ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਦੇ ਪ੍ਰਥਾਏ ਹੈ ਸ਼ਬਦ। ਕਈ ਕਹਿੰਦੇ ਮਿਲਣੀ 'ਚ ਪੜੋ ਜੀ ਸ਼ਬਦ, ਨਹੀਂ, ਮਿਲਣੀ 'ਚ ਨਹੀਂ ਇਹ ਸ਼ਬਦ ਪੜ੍ਹਨਾ ਚਾਹੀਦਾ। ਹਾਂ, ਮਹਾਰਾਜ ਦੀ ਹਜ਼ੂਰੀ 'ਚ ਪੜ੍ਹਿਆ ਜਾਂਦਾ, ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ। ਆਮ ਬੰਦੇ ਨੂੰ ਸਮਝ ਕੇ ਨਹੀਂ ਪੜ੍ਹਿਆ ਜਾਂਦਾ ਸ਼ਬਦ। ਇਸ ਕਰਕੇ ਇੱਕ ਸ਼ਬਦ ਮਹਾਰਾਜ ਦਾ ਹੋਰ ਆਉਂਦਾ, ਉਹ ਬੀਬੀ ਸੁਲੱਖਣੀ ਤੇ ਢੁਕਦਾ, ਗੁਰੂ ਨਾਨਕ ਦੇਵ ਮਹਾਰਾਜ ਦੇ ਮਹਿਲ ਤੇ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਮਾਨੋ ਬੀਬੀ ਸੁਲੱਖਣੀ ਕਹਿ ਰਹੀ ਹੋਵੇ ਗੁਰੂ ਨਾਨਕ ਦੇਵ ਮਹਾਰਾਜ ਨੂੰ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਕਿਹੜੇ ਸੱਜਣ? ਗੁਰੂ ਨਾਨਕ ਦੇਵ ਮਹਾਰਾਜ। ਜੇ ਪਰਮਾਰਥ ਦੀ ਮੰਜ਼ਿਲ ਤੇ ਚੱਲਣ ਵਾਲੇ ਜਿਹੜੇ ਜਗਿਆਸੂ ਨੇ, ਉਹਨਾਂ ਵਾਸਤੇ ਅਰਥ ਅਕਾਲ ਪੁਰਖ ਦੇ ਦਰਸ਼ਨ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਅਕਾਲ ਪੁਰਖ ਵਾਹਿਗੁਰੂ ਦੇ ਪ੍ਰਥਾਏ, ਗੁਰੂ ਸਾਹਿਬ ਦੇ ਪ੍ਰਥਾਏ। ਘਰ ਆਪਣੇ ਘਰ ਆਪਣੜੇ ਖੜੀ ਤੱਕਾਂ, ਮੈਂ ਮਨ ਚਾਉ ਘਨੇਰਾ ਰਾਮ। ਮਾਨੋ ਜਿਵੇਂ ਬੀਬੀ ਸੁਲੱਖਣੀ ਕਹਿੰਦੀ ਹੋਵੇ, ਮੇਰੇ ਮਨ ਵਿੱਚ ਬੜਾ ਚਾਅ ਹੈ, ਬੜੀ ਖੁਸ਼ੀ ਹੈ, ਤੇ ਤੁਹਾਡੀ ਉਡੀਕ ਕਰ ਰਹੀ ਹਾਂ ਮੈਂ। ਤੇ ਜਿਹੜੇ ਪਰਮਾਰਥ ਦੀ ਮੰਜ਼ਿਲ ਤੇ ਪਹੁੰਚਣ ਵਾਲੇ ਨੇ, ਉਹ ਨਿਜ ਘਰ ਮਹਿਲ ਪਾਉ ਸੁਖ ਸਹਿ, ਆਤਮ ਘਰ ਵਿੱਚ ਉਡੀਕ ਕਰਦੇ ਨੇ। ਆਤਮ ਰੂਪੀ ਸੇਜਾ ਤੇ ਕਦੋਂ ਕਾਲ ਪੁਰਖ ਪਤੀ ਆਵੇ,
ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ। ਉਹ ਜਗਿਆਸੂਆਂ ਵਿੱਚ ਵੀ ਇਹ ਇੱਛਾ ਹੁੰਦੀ ਹੈ। ਖੈਰ, ਗੁਰੂ ਨਾਨਕ ਦੇਵ ਮਹਾਰਾਜ ਜੀ ਬਟਾਲੇ, ਜਿੱਥੇ ਅੱਜ ਮਹਾਰਾਜ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ, ਦਿਹਾੜਾ, ਉੱਥੇ ਕੱਚੀ ਕੰਧ ਹੈ ਤੇ ਉਹ ਡਿੱਗਣ ਵਾਲੀ ਹੋਈ ਹੈ। ਤੇ ਕਈਆਂ ਨੇ ਲਿਖਿਆ, ਕੁਝ ਕੁੜੀਆਂ ਨੇ, ਸਹੇਲੀਆਂ ਨੇ ਮਜ਼ਾਕ ਜਿਵੇਂ ਵਿਆਹ ਦੇ ਵਿੱਚ ਆਮ ਕਰਦੇ ਹੁੰਦੇ ਕੀਤਾ ਗਿਆ। ਮਹਾਰਾਜ ਉੱਥੇ ਬੈਠੇ, ਇੱਕ ਬਜ਼ੁਰਗ ਮਾਤਾ ਆ ਕੇ ਕਹਿੰਦੀ ਹੈ, ਇਹ ਜਿਹੜੀ ਕੰਧ ਡਿੱਗਣ ਵਾਲੀ, ਤੁਸੀਂ ਇੱਥੋਂ ਉੱਠ ਜਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਅੰਤਰਜਾਮੀ, ਸਭ ਵਿਦ ਜਾਣੇ ਤਾਂ ਕਿਸ ਪੈ ਆਖ ਸੁਣਾਈਏ। ਉਹ ਤਾਂ ਸਭ ਜਾਣਦੇ ਨੇ, ਉਹ ਤਾਂ ਸਰਵਰੇ ਕਾਇਨਾਤ ਦੇ ਮਾਲਕ ਨੇ, ਸਮੁੱਚੀ ਮਨੁੱਖਤਾ ਦੇ ਅਵਤਾਰ ਸੀ ਮਹਾਰਾਜ। ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤਾ ਨੂੰ ਕਹਿੰਦੇ ਨੇ, ਮਾਤਾ ਇਹ ਤਾਂ ਯੁਗਾਂ ਤੱਕ ਕੰਧ ਰਹੇਗੀ, ਸਦੀਆਂ ਤੱਕ ਇਹ ਕੰਧ ਰਹੇਗੀ। 6 ਸਦੀਆਂ ਹੋ ਗਈਆਂ ਨੇ। ਤੁਸੀਂ ਜਾਓ ਨਾ ਗੁਰਦੁਆਰਾ ਕੰਧ ਸਾਹਿਬ ਬਟਾਲੇ, ਉਸੇ ਤਰ੍ਹਾਂ ਸੀਸੇ 'ਚ ਮੜੀ ਹੋਈ ਹੈ। ਪਹਿਲਾਂ ਸੀਸੇ 'ਚ ਨਹੀਂ ਮੜੀ ਸੀ। ਸਾਡੀਆਂ ਸਿਆਣੀਆਂ ਮਾਤਾਵਾਂ ਜਾਂਦੀਆਂ ਸੀ, ਭੋਰ ਲੈਂਦੀਆਂ ਸੀ, ਮੜੀ ਜੀ ਤੋੜ ਲੈਂਦੇ ਸੀ ਕੰਧ। ਮਹਾਰਾਜ ਦੀ ਇੱਥੇ ਮਹਾਰਾਜ ਬੈਠੇ ਸੀ ਵਿਆਹ ਵੇਲੇ, ਉਹਨੂੰ ਭੋਰ ਲਿਆਂਦੇ, ਤੋੜ ਲੈਂਦੇ ਸੀ। ਤੇ ਉਹਨਾਂ ਨੇ ਫਿਰ ਸੀਸਾ ਮੜ ਦਿੱਤਾ ਉਹਦੇ ਤੋਂ, ਵੀ ਇਹਨੂੰ ਇੰਨੀ ਵੀ ਲਿਜਾਣ ਲੱਗੇ, ਸਾਰੀ ਕੰਧ ਹੀ ਲੈ ਜਾਣਗੇ ਘਰ। ਲੱਖਾਂ ਦੁਨੀਆ ਨੇ ਜਾਣਾ, ਲੱਖਾਂ ਮਾਤਾਵਾਂ ਨੂੰ ਤੁਹਾਨੂੰ ਮੱਥਾ ਟੇਕਣ, ਇੰਨੀ ਵੀ ਲਗਾਏ ਤਾਂ ਸਾਰੀ ਲੈ ਗਏ। ਉਹਨਾਂ ਨੇ ਫਿਰ ਸੀਸੇ 'ਚ ਮੜਤੀ। ਅਸੀਂ ਵੀ ਦਰਸ਼ਨ ਕੀਤੇ ਨੇ ਉਹ ਕੰਧ ਦੇ। ਉੱਥੇ ਗੁਰਦੁਆਰਾ ਸਾਹਿਬ ਬਣਿਆ, ਗੁਰਦੁਆਰਾ ਕੰਧ ਸਾਹਿਬ, ਤੇ ਉਹਦੇ ਦਰਸ਼ਨ ਵੀ ਕਰਾਏ ਜਾਂਦੇ ਨੇ ਜਿਨ੍ਹਾਂ ਨੇ ਦਰਸ਼ਨ ਕਰਨੇ। ਫਿਰ ਸੱਚੇ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ ਬੀਬੀ ਸੁਲੱਖਣੀ ਨਾਲ। ਫਿਰ ਖੁਸ਼ੀਆਂ ਸਹਿਤ, ਕਈਆਂ ਨੇ ਕਿਹਾ ਚੌਥੇ ਦਿਨ ਬਰਾਤ ਚੱਲੀ। ਪਹਿਲਾਂ 1 ਰਾਤ 2 ਰਾਤ ਬਰਾਤਾਂ ਆਮ ਹੀ ਰਹਿੰਦੀਆਂ ਹੁੰਦੀਆਂ ਸੀ, ਤੇ ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸੀ। ਹੁਣ ਸਾਡੇ ਰਿਸ਼ਤਿਆਂ ਦੇ ਵਿੱਚ ਕਿਉਂ ਦਫਾੜ ਪਿਆ ਹੋਇਆ? ਜਿਹੜਾ ਭੋਗ ਦਾ ਸਮਾਂ ਹੁੰਦਾ ਉਹ ਟਾਈਮ ਆਨੰਦ ਕਾਰਜ ਹੁੰਦੇ ਨੇ। ਜਦੋਂ ਬਜ਼ੁਰਗ ਦਾ ਭੋਗ ਪਾਉਂਦੇ ਸੀ ਨਾ 1-2 ਵਜੇ, ਉਹ ਟਾਈਮ ਆਨੰਦ ਕਾਰਜ ਹੁੰਦੇ ਨੇ। ਤੇ ਜਿਹੜਾ ਬਜ਼ੁਰਗ ਦਾ ਭੋਗ ਦਾ ਟਾਈਮ ਹੈ, ਉਹ ਸਵੇਰੇ ਘਰ ਖੰਡ ਪਾਠ ਦਾ 9 ਵਜੇ ਭੋਗ ਪਾ ਦਿੰਦੇ ਨੇ। ਵੇਖ ਲਓ, ਕੰਮ ਉਲਟ ਹੋ ਗਿਆ ਨਾ। ਮਿਰਤਕ ਦਾ ਭੋਗ ਪਹਿਲਾਂ 12 ਵਜੇ ਪਿਆ ਕਰਦੇ ਸੀ, ਹੁਣ 8-9 ਵਜੇ ਘਰ ਭੋਗ ਪਾ ਦਿੰਦੇ ਨੇ। ਸੰਸਾਰ ਨਾਲ ਹੀ ਚੱਲੇ ਜਾਂਦਾ ਕੰਮ। ਸਾਨੂੰ ਵੀ ਕਹਿੰਦੇ ਨੇ 7 ਵਜਣ ਦੀ। ਇਸ ਕਰਕੇ ਉਦੋਂ ਬਰਾਤਾਂ ਦੇ ਆਨੰਦ ਕਾਰਜ ਅੰਮ੍ਰਿਤ ਵੇਲੇ ਹੋਇਆ ਕਰਦੇ ਸੀ। ਰਾਤ 1 ਰਾਤ 2 ਰਾਤ ਬਰਾਤਾਂ ਰਹਿੰਦੀਆਂ, ਤੇ ਆਨੰਦ ਕਾਰਜ ਸਵੇਰੇ ਅੰਮ੍ਰਿਤ ਵੇਲੇ ਹੋਏ। ਮਹਾਰਾਜ ਦਾ ਵੀ ਵਿਆਹ ਅੰਮ੍ਰਿਤ ਵੇਲੇ ਹੀ ਹੋਇਆ। ਖੁਸ਼ੀਆਂ ਸਹਿਤ ਸੱਚੇ ਪਾਤਸ਼ਾਹ ਦਾ ਵਿਆਹ ਹੋਇਆ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਭਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤਿ ਖਾਧਾ। ਅਕਾਲ ਮੂਰਤ ਵਰ ਪਾਇਆ, ਬਨਾਸੀ ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਤੇ ਗੁਰੂ ਨਾਨਕ ਦੇਵ ਮਹਾਰਾਜ ਤੇ ਟੁਕਦੇ ਨੇ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ। ਉਹ ਗੁਰੂ ਨਾਨਕ ਸੀ ਗੁਰਮੁਖ ਵਿਆਹਣ ਜਿਹੜੇ ਗਏ। ਅਕਾਲ ਪੁਰਖ ਨੇ ਕਾਜ ਰਚਾਇਆ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ। ਫਿਰ ਬੜੀ ਖੁਸ਼ੀਆਂ ਸਹਿਤ ਮਹਾਰਾਜ ਦੇ ਪਿਤਾ, ਮਹਾਰਾਜ ਦੇ ਭਾਈਆ ਜੈ ਰਾਮ, ਇਸ ਕਰਕੇ ਬਜ਼ੁਰਗ ਜਿਹੜੇ ਸੀ ਮਹਾਰਾਜ ਦੇ ਦਾਦਾ ਸ਼ਿਵਰਾਮ, ਸਾਰੇ ਮਹਾਰਾਜ ਦੇ ਮਾਮਾ ਜੀ, ਸਾਰੇ ਪਰਿਵਾਰ ਬੜੇ ਖੁਸ਼ੀਆਂ ਸਹਿਤ ਫਿਰ ਇੱਥੋਂ ਬਰਾਤ ਮਹਾਰਾਜ ਦੇ ਜਿਹੜੇ ਸੀ ਸਹੁਰਾ ਪਰਿਵਾਰ, ਉਹਨਾਂ ਨੇ ਸਤਿਕਾਰ ਸਹਿਤ ਵਿਦਾਇਗੀ ਦਿੱਤੀ। ਬਰਾਤ ਨੂੰ ਡੋਲੀ ਵਿੱਚ ਬਿਠਾਇਆ ਗਿਆ ਬੀਬੀ ਸੁਲੱਖਣੀ ਨੂੰ। ਬੜੇ ਖੁਸ਼ੀਆਂ ਸਹਿਤ ਬਰਾਤ ਜਾਰੀ ਹੈ। ਕਿੱਥੇ ਪਹੁੰਚੀ ਵਾਪਸੀ? ਫਿਰ ਉੱਥੇ ਸੁਲਤਾਨਪੁਰ ਬੇਬੇ ਨਾਨਕੀ ਦੇ ਘਰ। ਇੱਥੋਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀ ਮਾਤਾ ਪਿਤਾ ਕਾਲੂ ਜੀ, ਜਿੰਨਾ ਪਰਿਵਾਰ ਆਇਆ ਤਲਵੰਡੀ ਤੋਂ, ਸਾਰਾ ਕੁਛ ਦਿਨਾਂ ਉਪਰੰਤ ਫਿਰ ਵਾਪਸੀ ਕੀਤੀ। ਉਹਨਾਂ ਨੇ ਕਿਹਾ ਭੈਣ ਨਾਨਕੀ ਨੂੰ, ਗੁਰੂ ਨਾਨਕ ਨੂੰ, ਤੇ
ਬੀਬੀ ਸੁਲੱਖਣੀ ਨੂੰ ਲੈ ਕੇ ਆਉਣਾ ਤਲਵੰਡੀ। ਭੈਣ ਜੀ ਕਹਿੰਦੇ ਨੇ ਠੀਕ ਹੈ, ਜ਼ਰੂਰ ਲੈ ਕੇ ਆਵਾਂਗੇ। ਫਿਰ ਇੱਥੇ ਗੁਰੂ ਨਾਨਕ ਦੇਵ ਮਹਾਰਾਜ, ਭੈਣ ਬੜੀ ਸਿਆਣੀ ਸੀ ਬੇਬੇ ਨਾਨਕੀ, ਜਿਹੜੀ ਗੁਰੂ ਨਾਨਕ ਨੂੰ ਰੱਬ ਮੰਨਦੀ ਸੀ, ਪਹਿਲਾ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਦਾ। ਉਹਨੇ ਬੜਾ ਸੋਹਣਾ ਘਰ ਆਪਣੇ ਵੀਰ ਵਾਸਤੇ ਤਿਆਰ। ਤੁਸੀਂ ਜਾਓ ਨਾ ਸੁਲਤਾਨਪੁਰ, ਅੱਜ ਵੀ ਇਹ ਘਰ ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਲੱਗ, ਬੇਬੇ ਨਾਨਕੀ ਦਾ ਘਰ ਉਹ ਵੀ। ਜਦ ਜਾਓਗੇ ਸੁਲਤਾਨਪੁਰ, ਬੇਬੇ ਨਾਨਕੀ ਦਾ ਘਰ ਦੇਖਿਓ, ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਦੇਖਿਓ। ਫਿਰ ਮਹਾਰਾਜ ਵਿਆਹ ਤੋਂ ਉਪਰੰਤ ਵੀ ਉਵੇਂ ਹੀ ਕਾਰ ਕਰਦੇ ਰਹੇ, ਉਵੇਂ ਹੀ ਦੀਵਾਨ ਲੱਗਦੇ ਨੇ, ਉਵੇਂ ਹੀ ਮਹਾਰਾਜ ਪਰਮੇਸ਼ਰ ਦੀ ਉਸਤਤੀ ਵਡਿਆਈ ਭੁੱਲੀ ਦੁਨੀਆ ਨੂੰ ਰਾਹੇ ਪਾ ਰਹੇ ਨੇ। ਉਵੇਂ 13 ਤੋਲਦੇ ਨੇ, ਭਾਵੇਂ 3 ਵਾਰੀ ਹਿਸਾਬ ਹੋਇਆ, 3 ਵਾਰੀ ਮਹਾਰਾਜ ਦਾ ਵਾਧਾ ਨਿਕਲਿਆ। ਇੱਥੋਂ ਹੀ ਫਿਰ ਬੇਬੇ ਨਾਨਕੀ ਨੂੰ, ਜਦੋਂ ਬੇਬੇ ਨਾਨਕੀ ਨੇ ਸੰਤਾਨ ਦੀ ਵੀ ਮੰਗ ਕੀਤੀ, ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ 2 ਸੁਪੁੱਤਰ ਮਹਾਰਾਜ ਦੇ ਘਰ, ਵੱਡੇ ਬਾਬਾ ਸ੍ਰੀ ਚੰਦ ਜੀ ਮਹਾਰਾਜ, ਛੋਟੇ ਬਾਬਾ ਲਖਮੀ ਦਾਸ ਜੀ। ਇਹ ਭੈਣਾਂ ਸਦਾ ਹੀ ਖੁਸ਼ੀ ਮੰਗਦੀਆਂ ਨੇ ਭਰਾਵਾਂ ਦੀ, ਸਦਾ ਹੀ। ਆਪਣੇ ਘਰ ਭਾਵੇਂ ਹੋਵੇ ਨਾ ਹੋਵੇ, ਵੀਰਾਂ ਦਾ ਫਿਰ ਵੀ ਮੰਗਦੀਆਂ, ਅਰਦਾਸਾਂ ਕਰਦੀਆਂ। ਇਹ ਬੇਬੇ ਨਾਨਕੀ ਨੇ ਕਿਹਾ ਸੀ ਕਿ ਅਸੀਂ ਖਿਡਾਉਣਾ ਚਾਹੁੰਦੇ ਆਪਣੇ ਭਤੀਜਿਆਂ ਨੂੰ। ਕਿੱਡੀ ਭੈਣ ਸੀ ਪਹੁੰਚੀ ਹੋਈ, ਕਿੰਨੇ ਜਨਮਾਂ ਦੀ ਭਗਤੀ ਹੋਣੀ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੀ ਖਿਡਾਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਪੁੱਤਰਾਂ ਨੂੰ ਵੀ ਖਿਡਾਇਆ, ਗੁਰੂ ਨਾਨਕ ਨੂੰ ਵੀ ਪਾਲਿਆ। ਬਚਪਨ ਮਹਾਰਾਜ ਦੇ ਨਾਲ ਖੇਡਾਂ ਖੇਡੀਆਂ, ਮਹਾਰਾਜ ਨਾਲ ਖੇਡੇ, ਖਿਡਾਇਆ ਆਪਣੇ ਵੀਰੇ ਨੂੰ। ਛੋਟਾ ਸੀ 5 ਸਾਲ ਗੁਰੂ ਨਾਨਕ, ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਪੁੱਤਰਾਂ ਨੂੰ। ਉਹ ਭੈਣ ਨਾਨਕੀ ਨੇ ਆਪਣੇ ਵਾਸਤੇ ਸੰਤਾਨ ਨਹੀਂ ਮੰਗੀ, ਬੇਬੇ ਨਾਨਕੀ ਘਰ ਨਹੀਂ ਸੀ ਸੰਤਾਨ, ਕਈਆਂ ਨੂੰ ਨਹੀਂ ਇਤਿਹਾਸ ਦਾ ਪਤਾ ਹੋਣਾ। ਉਹ ਭੈਣ ਨਾਨਕੀ ਨੇ ਗੁਰੂ ਨਾਨਕ ਦੇ ਵਾਸਤੇ ਬੇਨਤੀ, ਆਪਣੇ ਮੇਰੇ ਵੀਰੇ ਦੇ ਘਰ ਅੱਗੇ ਬਸ ਚੱਲੇ, ਸੰਤਾਨ ਹੋਵੇ। ਆਪਣੇ ਬਾਰੇ ਨਹੀਂ ਕਿਹਾ ਵੀ ਸੱਚਾ ਪਾਤਸ਼ਾਹ ਦੁਨੀਆ ਦੀਆਂ ਝੋਲੀਆਂ ਭਰਦਾ, ਮੇਰੀ ਭਰ ਦੇ, ਨਾ। ਉਹਨਾਂ ਨੇ ਵੀਰੇ ਵਾਸਤੇ ਬੇਨਤੀ ਕੀਤੀ, ਮੇਰੇ ਭਰਾ ਦਾ ਘਰ, ਕੋਈ ਕਹੇ ਨਾ, ਕੋਈ ਗੱਲ ਨਾ ਕਰ ਜੇ ਮੇਰੇ ਭਰਾ ਨੂੰ। ਇਸ ਕਰਕੇ ਸਾਧ ਸੰਗਤ ਜੀ, ਫਿਰ ਮਹਾਰਾਜ ਨੇ ਬਚਨ ਕੀਤਾ ਸੀ, ਭੈਣ ਨਾਨਕੀ ਨੂੰ, ਬੇਬੇ ਨਾਨਕੀ, ਜਦੋਂ ਵੀ ਤੂੰ ਕੁਛ ਵੀ ਕਹੇਂਗੀ, ਤੇਰਾ ਬਚਨ ਨਹੀਂ ਅਸੀਂ ਟਾਲਾਂਗੇ। ਇਹ ਬਚਨ ਹੋਇਆ ਸੀ ਜਿੱਦਣ ਉਦਾਸੀ ਦੇ ਜਾਣ ਲੱਗੇ ਸੀ, ਜਿੱਥੇ ਵੀ ਹੋਵਾਂਗੇ, ਜਦੋਂ ਯਾਦ ਕਰੇਂਗੀ ਅਸੀਂ ਉਦੋਂ ਹੀ ਤੇਰੇ ਕੋਲ ਪਹੁੰਚ। ਇੰਨਾ ਪਿਆਰ ਸੀ ਮਹਾਰਾਜ। ਇੱਥੇ ਉਵੇਂ ਹੀ ਮਹਾਰਾਜ ਕਾਰ ਵਿਹਾਰ ਕਰਦੇ। ਫਿਰ ਅਗਲੀ ਸੇਵਾ ਆਪਣੇ ਸਾਹਿਬਜ਼ਾਦਿਆਂ ਦੀ ਬੇਬੇ ਨਾਨਕੀ ਨੂੰ ਸੌਂਪ ਗਏ, ਤੇ ਆਪ ਉਦਾਸੀ ਉੱਥੋਂ ਹੀ ਸ਼ੁਰੂ ਕੀਤੀ ਸੀ ਮਹਾਰਾਜ ਨੇ। ਸੰਸਾਰ ਨੂੰ ਤਾਰਨ ਵਾਸਤੇ ਉੱਥੋਂ ਹੀ ਚੱਲੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਹੁਣ ਕਈ ਬਾਬਾ ਸ੍ਰੀ ਚੰਦ ਮਹਾਰਾਜ ਨੂੰ ਕਹਿੰਦੇ ਨੇ, ਅਪਸ਼ਬਦ ਬੋਲਦੇ ਨੇ ਨਾ, ਭੁੱਲੜ ਜੇ ਲੋਕ ਬੇਸਮਝ, ਆਪਣੇ ਘਰ ਨਹੀਂ ਸੰਭਾਲੇ ਜਾਂਦੇ, ਉਂਗਲਾਂ ਕਰਦੇ ਨੇ ਬਾਬਾ ਸ੍ਰੀ ਚੰਦ ਮਹਾਰਾਜ। ਉਹ ਤੁਸੀਂ ਗੁਰੂ ਨਾਨਕ ਤੇ ਨਹੀਂ ਉਂਗਲਾਂ ਕਰਦੇ, ਬੇਬੇ ਨਾਨਕੀ ਤੇ ਕਰਦੇ ਹੋ, ਕਿਉਂਕਿ ਉਹਨਾਂ ਨੇ ਪਾਲਿਆ, ਉਹਨਾਂ ਨੇ ਸਿੱਖ ਉਹਨਾਂ ਨੇ ਦਿੱਤੀ ਹੈ, ਸਿੱਖਿਆ ਸਾਰੀ ਉਹਨਾਂ ਨੇ ਦਿੱਤਾ ਹੈ, ਅਨੁਸ਼ਾਸਨ ਉਹਨਾਂ ਨੇ ਦਿੱਤਾ ਹੈ, ਬੇਬੇ ਨਾਨਕੀ। ਤੁਸੀਂ ਗੁਰੂ ਨਾਨਕ ਨੂੰ ਗਲਤ ਕਹਿੰਦੇ ਹੋ, ਭੈਣ ਨਾਨਕੀ ਨੂੰ ਗਲਤ ਕਹਿ ਰਹੇ ਹੋ, ਬਾਬਾ ਸ੍ਰੀ ਚੰਦ ਜੀ ਨੂੰ ਗਲਤ ਕਹਿ ਰਹੇ ਤੁਸੀਂ। ਇਸ ਕਰਕੇ ਬੜੀ ਅਵਧੂਤ ਬਿਰਤੀ ਦੇ ਮਾਲਕ ਹੋਏ ਨੇ, ਬੜੀ ਭਗਤੀ ਵਾਲੇ, ਬੜੇ ਕਰਨੀ ਕਮਾਈ ਵਾਲੇ ਹੋਏ ਨੇ ਬਾਬਾ ਸ੍ਰੀ ਚੰਦ ਜੀ ਮਹਾਰਾਜ। ਸੋ ਅੱਜ ਮਹਾਰਾਜ ਦਾ ਵਿਆਹ ਪੁਰਬ ਸੀ, ਤਾਂ ਕਰਕੇ ਇੱਥੇ ਆਪਾਂ ਥੋੜੀਆਂ ਜੀਆਂ ਸੰਖੇਪ ਜੀਆਂ ਵਿਚਾਰਾਂ ਕੀਤੀਆਂ ਨੇ, ਕੋਈ ਵਿਸਥਾਰ ਨਾਲ ਨਹੀਂ ਕੀਤੀਆਂ, ਕਿਉਂਕਿ ਸਮਾਂ ਹੀ ਆਪਣੇ ਕੋਲ ਐਸਾ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਸ਼ਰਧਾ ਦਾ ਸਬੂਤ ਦਿੱਤਾ ਹੈ, ਗੁਰੂ ਕਾ ਇਤਿਹਾਸ ਸਰਵਣ ਕੀਤਾ ਹੈ। ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਦੇ ਵਿਆਹ ਪੁਰਬ ਦੀਆਂ ਬੇਅੰਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾਸ।